हाँ जी डियर स्टूडेंट्स, बेटा लीनियर प्रोग्रामिंग ਦਾ ਆਪਾਂ ਸੈਕਸ਼ਨ ਨੰਬਰ B ਆਪਣਾ ਜੋ ਸੈਕਸ਼ਨ B ਹੈ ਉਹਦੇ ਵਿੱਚੋਂ ਫਸਟ ਟੌਪਿਕ ਲੀਨੀਅਰ ਪ੍ਰੋਗਰਾਮਿੰਗ ਦਾ ਉਹਨੂੰ ਆਪਾਂ ਨੇ ਅੱਜ ਸ਼ੁਰੂ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਲੀਨੀਅਰ ਪ੍ਰੋਗਰਾਮਿੰਗ ਹੁੰਦੀ ਕੀ ਹੈ ਨਾ, ਮੀਨਿੰਗ ਐਂਡ ਡੈਫੀਨੇਸ਼ਨ ਕੀ ਹੁੰਦਾ ਲੀਨੀਅਰ ਪ੍ਰੋਗਰਾਮਿੰਗ ਦਾ। Linear programming is a quantitative or mathematical technique for determining the optimal allocation of resources and obtaining a particular objective when there are alternative uses of resources. The objective in resource allocation may be minimization or maximization. ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਕਿ ਇਹ ਇੱਕ ਨਾ ਟੈਕਨੀਕ ਹੈ ਜਿਹਦੇ ਵਿੱਚ ਆਪਾਂ ਨੇ ਕਿਸੇ ਵੀ ਕੁਆਂਟੀਟੀ ਦਾ ਆਪਾਂ ਨੇ ਮੈਕਸੀਮਾਈਜ਼ ਜਾਂ ਮਿਨੀਮਾਈਜ਼ ਫਾਈਂਡ ਕਰਨਾ ਹੁੰਦਾ। ਪ੍ਰੋਸੈਸ ਕੋਈ ਵੀ ਹੋ ਸਕਦਾ, ਚਾਹੇ ਤਾਂ ਆਪਾਂ ਨੇ ਕਿਸੇ ਵੀ ਸਟੇਟਮੈਂਟ ਦਾ ਮੈਕਸੀਮਾਈਜ਼ ਆਪਾਂ ਨੇ ਫਾਈਂਡ ਕਰਨਾ ਹੁੰਦਾ ਜਾਂ ਦੇਖਣਾ ਹੈ ਕਿ ਮੈਕਸੀਮਮ, ਜਿਵੇਂ ਫੋਰ ਐਗਜ਼ਾਮਪਲ ਕਿਸੇ ਚੀਜ਼ 'ਤੇ ਖਰਚਾ ਆਇਆ ਤਾਂ ਆਪਾਂ ਨੇ ਦੇਖਣਾ ਹੈ ਕਿ ਅਗਰ ਇੰਨੀ ਕੁਆਂਟੀਟੀ ਬਣਾਈਏ ਤਾਂ ਉਹਦੇ 'ਤੇ ਮੈਕਸੀਮਮ ਖਰਚਾ ਕਿੰਨਾ ਆਊਗਾ ਅਤੇ ਮਿਨੀਮਮ ਕਿ ਇਹਦੇ 'ਤੇ ਘੱਟੋ ਘੱਟ ਖਰਚਾ ਕਿੰਨਾ ਆਊਗਾ। ਤਾਂ ਉਹਨਾਂ ਸਾਰੀਆਂ ਪ੍ਰੋਸੈਸਿਸ ਦੇ ਲਈ ਆਪਾਂ ਲੀਨੀਅਰ ਪ੍ਰੋਗਰਾਮਿੰਗ ਯੂਜ਼ ਕਰਦੇ ਹਾਂ। ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਦੋ ਵਰਡ ਆਪਾਂ ਨੇ ਇਹਦੇ ਵਿੱਚ ਕੀਤੇ, ਇੱਕ ਲੀਨੀਅਰ ਇੱਕ ਪ੍ਰੋਗਰਾਮਿੰਗ। ਲੀਨੀਅਰ ਦਾ ਮਤਲਬ ਕੀ ਹੋਇਆ, the word is used to show the relationship between decision variables which are directly proportional. For example, if we increase the production of the product, it will proportionate increases the profit. This is called a linear relationship. Linear relationship ਕੀ ਹੁੰਦਾ, ਡਾਇਰੈਕਟ ਰਿਲੇਸ਼ਨਸ਼ਿਪ ਹੁੰਦਾ ਹੈ ਕਿ ਜੇ ਮੰਨ ਲਓ ਇੱਕ ਆਪਾਂ ਨੇ ਕੁਆਂਟੀਟੀ ਦੀ ਗੱਲ ਕਰਦੇ ਹਾਂ, ਇੱਕ ਉਹਦੇ ਉੱਪਰ ਪ੍ਰੋਫਿਟ ਦੀ ਗੱਲ ਕਰਦੇ ਹਾਂ। ਓਬਵੀਅਸਲੀ ਹੈ ਕਿ ਜਦੋਂ ਆਪਾਂ ਕੁਆਂਟੀਟੀ ਵਧਾਵਾਂਗੇ ਕਿਸੇ ਚੀਜ਼ ਦੀ ਤਾਂ ਪ੍ਰੋਫਿਟ ਵੀ ਤਾਂ ਵਧੂਗਾ ਨਾ, ਤਾਂ ਉਹ ਹੋ ਗਿਆ ਇੱਕ ਲੀਨੀਅਰ ਰਿਲੇਸ਼ਨ। ਪ੍ਰੋਗਰਾਮਿੰਗ ਕੀ ਹੁੰਦੀ ਹੈ, ਇਟ ਇੰਪਲਾਈਜ਼ ਦ ਪਲੈਨਿੰਗ ਆਫ ਐਕਟੀਵਿਟੀ ਇਨ ਸੱਚ ਅ ਵੇ ਦੈਟ ਦ ਐਕਟੀਵਿਟੀਜ਼ ਵਿਦ ਅਵੇਲੇਬਲ ਰਿਸੋਰਸਿਸ yield optimal results. For example, if criterion or effectiveness is profit, then it will maximize, and if the criterion of effectiveness is cost, then it will minimize. Obviously ਹੈ ਨਾ। ਤਾਂ ਇਹਦੇ ਵਿੱਚੋਂ ਆਪਣੇ ਕੋਲੇ ਬੇਸਿਕ ਰਿਕੁਆਇਰਮੈਂਟਸ ਕੀ ਕੀ ਚਾਹੀਦੀਆਂ ਹੁੰਦੀਆਂ ਨੇ ਲੀਨੀਅਰ ਪ੍ਰੋਗਰਾਮਿੰਗ ਵਾਸਤੇ। ਇੱਕ ਤਾਂ ਆਪਣੇ ਕੋਲ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਣਾ ਓਬਜੈਕਟਿਵ ਫੰਕਸ਼ਨ ਕੀ ਹੈ, ਕਿ ਆਪਾਂ ਜਿਹੜੀ LPP ਹੈ ਉਹ ਕਿਸ ਪਰਪਜ਼ ਦੇ ਲਈ ਬਣਾ ਰਹੇ ਹਾਂ। In order to optimize results, an LPP must shows a clearly defined objective or goal. Next आ गया कि alternative course of action means one optimal course of action is to be selected out of the available courses of action। कि अपने कोले जो काफ़ी सारे available actions होंगे तो ਆਪਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ select ਕਰਨਾ ਹੁੰਦਾ। ਨੈਕਸਟ ਆ ਜਾਂਦੇ ਨੇ ਕੰਸਟ੍ਰੇਂਟਸ। ਕੰਸਟ੍ਰੇਂਟ ਹੁੰਦੀਆਂ ਨੇ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਕਿ ਆਪਣੇ ਕੋਲ ਇੱਕ ਲਿਮਿਟ ਹੁੰਦੀ ਹੈ ਕਿ ਤੁਸੀਂ ਇੰਨੀਆਂ ਚੀਜ਼ਾਂ ਬਣਾਉਣੀਆਂ ਨੇ ਜਾਂ ਇੰਨੇ ਮਤਲਬ ਇੱਕ ਲਿਮਿਟ ਸੈੱਟ ਕਰ ਦਿੰਦੇ ਨੇ ਕਿ 10 ਜਾਂ ਆਪਾਂ ਮੰਨ ਲਓ ਕਿ 10,000 ਰੁਪਇਆ ਕਿਸੇ 'ਤੇ ਖਰਚ ਕਰਨਾ ਹੈ ਨਾ। There must be some restrictions or constraints or limitations on the resources for which the various activities complete. Next आ गया interrelated variables. The decision variable are assumed to be interrelated in terms of the utilization of resources. मतलब इंटररिलेटिड वेरीएबल्स होने चाहिए ने कि ਜਿਹੜੇ ਵੇਰੀਏਬਲਸ ਹੈ ਉਹ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਉਹਨਾਂ ਦਾ ਜਿਹੜਾ ਲਿੰਕ ਹੈ ਉਹ ਕ੍ਰੀਏਟ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਕਿ ਇਹਦੀ ਜਿਹੜੀ ਜਨਰਲ ਸਟੇਟਮੈਂਟ ਹੈ ਉਹ ਕਿਸ ਟਾਈਪ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਆਪਣੇ ਕੋਲੇ ਹੁੰਦਾ ਓਬਜੈਕਟਿਵ ਫੰਕਸ਼ਨ ਨੂੰ ਆਪਾਂ ਸਭ ਤੋਂ ਉੱਪਰ ਲਿਖਦੇ ਹਾਂ। ਜਿਹੜਾ ਓਬਜੈਕਟਿਵ ਫੰਕਸ਼ਨ ਹੁੰਦਾ ਉਹ ਕਾਂਸਟੈਂਟ ਪਲੱਸ ਡਿਸੀਜ਼ਨ ਵੇਰੀਏਬਲਸ ਦਾ ਲੀਨੀਅਰ ਕੰਬੀਨੇਸ਼ਨ ਹੁੰਦਾ ਹੈ, ਜਿਹਨੂੰ ਆਪਾਂ Z ਦੇ ਨਾਲ ਡਿਨੋਟ ਕਰਾਂਗੇ। ਇਹਨੂੰ ਚਾਹੇ ਆਪਾਂ ਮੈਕਸੀਮਾਈਜ਼ ਵੀ ਕਰ ਸਕਦੇ ਹਾਂ ਅਤੇ ਮਿਨੀਮਾਈਜ਼ ਵੀ ਕਰ ਸਕਦੇ ਹਾਂ। ਫਿਰ ਨੈਕਸਟ ਕੁਝ ਕੰਸਟ੍ਰੇਂਟਸ ਆ ਜਾਂਦੀਆਂ ਨੇ। ਜਿਹੜੀਆਂ ਕੰਸਟ੍ਰੇਂਟਸ ਹੁੰਦੀਆਂ ਨੇ ਉਹ ਵੀ ਇਹਨਾਂ ਡਿਸੀਜ਼ਨ ਵੇਰੀਏਬਲਸ ਦਾ ਹੀ ਕੰਬੀਨੇਸ਼ਨ ਹੁੰਦਾ ਹੈ ਅਤੇ ਇਹਨਾਂ ਦੇ ਵਿੱਚ ਆਪਾਂ ਇਨਇਕੁਐਲਿਟੀਜ਼ ਜਾਂ ਇਕੁਐਲਿਟੀਜ਼ ਵੀ ਆ ਸਕਦੀਆਂ ਨੇ, ਜਿਵੇਂ a11 x1 plus a12 x2 plus a1n xn। ਇੱਥੇ ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲਸ ਟੂ ਜਾਂ ਇਕੁਅਲਸ ਟੂ ਦਾ ਕੋਈ ਵੀ ਸਿੰਬਲ ਯੂਜ਼ ਕਰ ਸਕਦੇ ਨੇ। ਅਤੇ ਜਿਹੜੇ b1 b2 b3 n ਨੇ ਇਹ ਸਾਰੇ ਕੀ ਨੇ, ਕੌਨਸਟੈਂਟਸ ਨੇ। ਠੀਕ ਹੈ ਜੀ। ਇਹ ਆ ਗਏ ਨੋਨ ਨੈਗੇਟਿਵਿਟੀ ਕੰਸਟ੍ਰੇਂਟਸ ਹੁੰਦੀਆਂ ਨੇ ਆਪਣੇ ਕੋਲੇ। ਅਤੇ ਨੈਕਸਟ ਆ ਜਾਂਦਾ ਕਿ ਆਪਾਂ ਅਜ਼ੰਪਸ਼ਨਸ ਕੀ ਕਰਕੇ ਚੱਲਦੇ ਹਾਂ ਕਿ ਲੀਨੀਅਰ ਪ੍ਰੋਗਰਾਮਿੰਗ ਦੇ ਵਿੱਚ ਕੀ ਅਜ਼ੰਪਸ਼ਨਸ ਹੋਣੀਆਂ ਚਾਹੀਦੀਆਂ ਨੇਗੀਆਂ। ਪਹਿਲੀ ਗੱਲ ਤਾਂ ਲੀਨੀਅਰਿਟੀ ਔਰ ਪ੍ਰੋਪੋਰਸ਼ਨੈਲਿਟੀ ਹੋਣੀ ਚਾਹੀਦੀ ਹੈ ਨਾ। ਸੇਮ ਉੱਦਾਂ ਹੀ ਜਿਵੇਂ ਆਪਾਂ ਨੇ ਕਿਹਾ ਕਿ ਬੇਸਿਕ ਅਜ਼ੰਪਸ਼ਨ ਆਫ ਲੀਨੀਅਰ ਪ੍ਰੋਗਰਾਮਿੰਗ ਇਜ਼ ਦੈਟ ਦੇयर ਐਗਜ਼ਿਸਟ ਪ੍ਰੋਪੋਰਸ਼ਨੈਲਿਟੀ ਇਨ ਦ ਓਬਜੈਕਟਿਵ ਫੰਕਸ਼ਨ ਐਂਡ ਦ ਕੰਸਟ੍ਰੇਂਟਸ। ਕਿ ਜਿਹੜਾ ਓਬਜੈਕਟਿਵ ਫੰਕਸ਼ਨ ਹੈ ਜਿਹਨੂੰ ਆਪਾਂ ਨੇ ਮੈਕਸੀਮਾਈਜ਼ ਜਾਂ ਮਿਨੀਮਾਈਜ਼ ਕਰਨਾ ਹੈ, ਜਿਹੜੀਆਂ ਆਪਾਂ ਨੂੰ ਕੰਸਟ੍ਰੇਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਪ੍ਰੋਪੋਰਸ਼ਨ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਹੋਊਗਾ ਕਿ ਉਹਨਾਂ ਦੇ ਵਿੱਚ ਕੋਈ ਰਿਲੇਸ਼ਨ ਜਾਂ ਕੋਈ ਰੇਸ਼ੋ ਨਹੀਂ ਬਣ ਰਹੀ ਹੈਗੀ ਹੈ ਨਾ। ਇਟ ਇੰਪਲਾਈਜ਼ ਦੈਟ ਇਫ ਏ ਪ੍ਰੋਡਕਟ ਗਿਵਸ ਏ ਪ੍ਰੋਫਿਟ ਆਫ ₹25, ਦ ਪ੍ਰੋਫਿਟ ਅਰਨਡ ਫਰੋਮ ਦ ਸੇਲ ਆਫ 10 ਸਚ ਪ੍ਰੋਡਕਟ ਵਿਲ ਬੀ ₹220। ਮੰਨ ਲਓ ਕਿ ਆਪਾਂ ਕਹਿੰਦੇ ਹਾਂ ਕਿ ਇੱਕ ਚੀਜ਼ ਦੇ ਵਿੱਚ ਪ੍ਰੋਫਿਟ ₹25 ਦਾ ਹੋ ਰਿਹਾ ਹੈ ਨਾ, ਤਾਂ ਆਪਾਂ ਕਹਿ ਸਕਦੇ ਹਾਂ ਕਿ 10 ਚੀਜ਼ਾਂ ਦੇ ਵਿੱਚ ਫਿਰ ਜਿਹੜਾ ਪ੍ਰੋਫਿਟ ਆ ਉਹ ₹250 ਯਾਨੀ ਕਿ ₹250 ਦਾ ਹੋਣਾ। ਇਹ ਹੋ ਗਿਆ ਪ੍ਰਪੋਰਸ਼ਨੇਟ ਕਰਨਾ। ਨੈਕਸਟ ਆ ਜਾਂਦੀ ਹੈ ਕੰਟੀਨਿਊਟੀ। ਵਨ ਮੋਰ ਅਜ਼ੰਪਸ਼ਨ ਅੰਡਰਲਾਈਂਗ LPP ਮੋਡਲ ਇਜ਼ ਦੈਟ ਡਿਸੀਜ਼ਨ ਵੇਰੀਏਬਲਸ ਆਰ ਕੰਟੀਨਿਊਸ। ਕਿ ਜਿਹੜੇ ਵੇਰੀਏਬਲ ਆਪਾਂ ਯੂਜ਼ ਕਰ ਰਹੇ ਹਾਂ ਦੈਟ ਸ਼ੁੱਡ ਬੀ ਦ ਕੰਟੀਨਿਊਸ ਫੰਕਸ਼ਨਸ। ਠੀਕ ਹੈ ਨਾ, ਉਹ ਡਿਸਕੰਟੀਨਿਊਸ ਨਹੀਂ ਹੋਣੇ ਚਾਹੀਦੇ ਹੈਗੇ।
फिर आ गया फाइनाइट चॉइसिस। फाइनाइट चॉइसिस मीनस कि जो ही आप LPP मॉडल बना रहे हैं डिसीजन वेरीएबल्स ਦੀਆਂ ਚੋਇਸਿਸ ਜਿਹੜੀਆਂ ਨੇ ਉਹ ਫਾਈਨਾਈਟ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਵਿੱਚ ਕੋਈ ਨੈਗੇਟਿਵ ਵੈਲਿਊ ਨਹੀਂ ਆਣੀ ਚਾਹੀਦੀ। ਦ ਅਜ਼ੰਪਸ਼ਨ ਇਜ਼ ਰੀਅਲਿਸਟਿਕ ਵਨ ਐਜ਼ ਇਟ ਇਜ਼ ਨੋਟ ਪੋਸੀਬਲ ਟੂ ਪ੍ਰੋਡਿਊਸ ਔਰ ਯੂਜ਼ ਨੈਗੇਟਿਵ ਕੁਆਂਟੀਟੀਜ਼। ਕਿਉਂ ਨਹੀਂ ਆਪਾਂ ਡਿਸੀਜਨ ਵੇਰੀਏਬਲਸ ਨੂੰ ਨੈਗੇਟਿਵ ਲੈਂਦੇ? ਕਿਉਂਕਿ ਆਪਾਂ ਕੁਆਂਟਿਟੀ ਜਿਹੜੀ ਹੈਗੀ ਆ ਉਹਨੂੰ ਆਲਵੇਜ਼ ਆਪਾਂ ਪੋਜ਼ੀਟਿਵ ਕੰਸੀਡਰ ਕਰਦੇ ਹਾਂ ਜਾਂ ਜ਼ੀਰੋ ਲੈ ਸਕਦੇ ਹਾਂ, ਬਟ ਕੁਆਂਟਿਟੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ। Next आ गया additivity. It means that if M1 minutes are required to produce a product P1 on machine A and M2 minutes to make product P2, the total time required to make P1 and P2 on machine A is the M1 plus M2 minutes. Means कि total ਆਪਾਂ count ਕਰ ਸਕਦੇ ਹਾਂ ਕਿ ਜੇ ਮੰਨ ਲਓ ਕਿਸੇ ਚੀਜ਼ ਨੂੰ ਇੱਕ ਮਸ਼ੀਨ ਤੇ ਬਣਾਉਣ ਦੇ ਲਈ M1 minutes ਲੱਗਦੇ ਆ ਤੇ ਉਹਨੂੰ P2 ਮਸ਼ੀਨ ਤੇ ਬਣਾਉਣ ਲਈ M2 ਲੱਗਦੇ, ਤੇ ਟੋਟਲ ਜਿਹੜੀ ਪ੍ਰੋਡਕਸ਼ਨ ਹੈ ਉਹਦਾ ਟਾਈਮ ਵੀ ਤਾਂ ਉਹਨਾਂ ਦਾ ਐਡ ਹੋ ਜਾਊਗਾ, ਠੀਕ ਹੈ ਨਾ। सर्टिनिटी की हो गया, कहते ए LPP मॉडल also assumes that the various parameters such as coefficients of the constraint objective function coefficients and resource values are non-uncertainly and they do not change with the passage of time. So availability of materials, labor, etc., the cost or profit per unit of product, market demand of the product are assumed to be non-certainly। means कि ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ certainly ਮਤਲਬ ਐਕੂਰੇਟ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕਿ ਆਪਣੇ ਕੋਲੇ श्योर हो जाता है कि अपने को फिर इन्ना ही क्वांटिटी बननी है या इन्ना ਉਹਦੇ ਤੇ प्रॉफिट होना है, ठीक है जी। फिर आ जाता है कि लीनियर प्रोग्रामिंग ਨੂੰ ਆਪਾਂ ਕਿੱਥੇ यूज़ करते हैं। एक हो गया प्रोडक्ट मिक्स ਦੇ ਵਿੱਚ कि जो ਆਪਾਂ ਨੇ कई तरह के प्रोडक्ट्स बनाने होंगे है तो आप उन्होंने क्वांटिटी देखनी है, ठीक है ना, प्रॉफिट कितना हो रहा है तो उत्थे आप यूज़ कर सकते हैं। ट्रांसपोर्टेशन प्रॉब्लम्स दे विच कि जो आप रूट डिसाइड करते हैं 2 या 3 बसिस चलानियां होंदियां ने, है ना। ट्रांसपोर्टेशन प्रॉब्लम्स आर फेस्ड बाय बिजनेस ऑर्गेनाइजेशंस विच हैव नंबर ऑफ एबिलिटी सेंटर्स विद गिवन कैपेसिटीज विच फीड नंबर ऑफ रिक्वायरमेंट सेंटर्स विद गिवन रिक्वायरमेंट्स given the cost of transportation per unit from an origin to destination. The problem then becomes to be determine the distribution system that will minimize total transportation cost. Next आ जाती है blending problems. This type of problem is faced by the chemical, food and petroleum industry etc. while deciding production of a product which can be made from a variety of available raw materials. Means कि जो अपने कोले अपने raw material तो कोई production करनी होंदी है तो ਉਹਦੀਆਂ ਕਿੰਨੀਆਂ units raw material ਦੀਆਂ ਕਿੰਨੀ production ਦੇ ਵਿੱਚ use ਹੋ ਰਹੀਆਂ ਨੇ ਤਾਂ ਆਪਾਂ ਉੱਥੇ blending problems ਦੇ ਵਿੱਚ LPP use ਕਰ ਸਕਦੇ ਹਾਂ। media selection ਦੇ ਵਿੱਚ use ਕਰ ਸਕਦੇ ਹਾਂ। diet problems ਦੇ ਵਿੱਚ use ਕਰ ਸਕਦੇ ਹਾਂ। पर्सनल असाइनमेंट परसोनल ਜਿਹੜੀਆਂ ਅਸਾइनमेंट्स ਹੁੰਦੀਆਂ ਨੇ डिफरेंट टास्क ਕੀ ਹੁੰਦੀਆਂ ਕੀ ਟੈਕਨੀਕਸ यूज़ कर सकते हैं, है ना। ट्रैवलिंग सेल्समैन प्रॉब्लम ਦੇ ਵਿੱਚ कैपिटल इन्वेस्टमेंट ਦੇ ਵਿੱਚ सब ਕੰਟਰੈਕਟਿੰਗ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਝ ਟੌਪਿਕਸ ਨੇ ਜਿਵੇਂ ਟਰਾਂਸਪੋਰਟੇਸ਼ਨ ਜਾਂ ਸੇਲਸਮੈਨ ਪ੍ਰੋਬਲਮ ਇਹ ਆਪਾਂ ਕਰਾਂਗੇ, ਇਹਨਾਂ ਨੂੰ ਆਪਾਂ ਬਰੀਫ ਦੇ ਵਿੱਚ ਕਰਾਂਗੇ। ਤੇ ਨੈਕਸਟ ਦੇਖੋ ਕਿਵੇਂ ਆਪਣੇ ਕੋਲ ਜਿਹੜੇ ਹੈਗੇ ਦੇ ਕੇਸਿਸ ਹੁੰਦੇ ਆ, ਜਿਵੇਂ ਟਾਈਪ 1 ਤੁਹਾਡੇ ਕੋਲ ਹੈਗੀ ਹੈ ਕਿ ਜਦੋਂ ਤੁਹਾਡੇ ਕੋਲ ਜਿਹੜੀ ਇਨਇਕੁਏਸ਼ਨਸ ਨੇ ਕੰਸਟ੍ਰੇਂਟਸ ਨੇ ਉਹ ਲੈਸ ਦੈਨ ਇਕੁਅਲ ਟੂ ਟਾਈਪ ਦੇ ਹੋਣ। ਜਿਵੇਂ ਇੱਕ ਐਗਜ਼ਾਮਪਲ ਤੁਹਾਨੂੰ ਦੇ ਰੱਖੀ ਹੈ, ਡੀਲਰ ਵਿਸ਼ਿਸ ਟੂ ਪਰਚੇਜ਼ ਏ ਨੰਬਰ ਆਫ ਫੈਨਸ ਐਂਡ ਸਵਿੰਗ ਮਸ਼ੀਨਸ। ਕਿ ਕੋਈ ਡੀਲਰ ਹੈ ਉਹਨੇ ਕੁਝ ਫੈਨਸ ਤੇ ਕੁਝ ਸਵਿੰਗ ਮਸ਼ੀਨਸ ਪਰਚੇਜ਼ ਕਰਨੀਆਂ ਨੇ। ਹੀ ਹੈਜ਼ ਓਨਲੀ ₹5760 ਟੂ ਇਨਵੈਸਟ। ਉਹਦੇ ਕੋਲ ਟੋਟਲ ਜਿਹੜੇ ਪੈਸੇ ਹੈ ਇਨਵੈਸਟਮੈਂਟ ਕਰਨ ਦੇ ਲਈ ਉਹ ਹੈਗੇ ₹5760, ठीक है जी। एंड हैज़ द स्पेस एट द मोस्ट फॉर 20 आइटम्स। तो जी स्पेस है वो स्टोर करन दी 20 आइटम्स की है। एक फैन की जी कॉस्ट है वो 360 है तो स्विंग मशीन की जी कॉस्ट है वो 240 है। His expectation is that he can sell a fan at a profit of ₹25 and swing machine at a cost of profit of ₹16। कि अगर वो एक फैन सेल करता तो वह जो प्रॉफिट है पर फैन के अकॉर्डिंगली ₹25 का है तो हर एक स्विंग मशीन के उपर प्रॉफिट कितना है ₹16 का। ਅਜ਼ਿਊਮਿੰਗ ਕਿ ਉਹਨੇ ਕਿੰਨੀਆਂ ਆਈਟਮਸ ਜਿਹੜੀਆਂ ਨੇ ਫੈਨ ਦੀਆਂ ਅਤੇ ਕਿੰਨੇ ਸਵਿੰਗ ਮਸ਼ੀਨ ਉਹਨੇ ਪਰਚੇਜ਼ ਕਰਨੇ ਹੈ ਕਿ ਜਿਹੜਾ ਉਹਦਾ ਪ੍ਰੋਫਿਟ ਹੈ ਉਹ ਮੈਕਸੀਮਮ ਹੋਵੇ। ਤਾਂ ਇੱਥੇ ਤੁਸੀਂ ਦੇਖੋ x1 ਨੂੰ ਆਪਾਂ ਨੇ ਅਜ਼ਿਊਮ ਕਰ ਲਿਆ ਕਿ ਨੰਬਰ ਆਫ ਫੈਨਸ ਅਤੇ x2 ਅਜ਼ਿਊਮ ਕਰ ਲਿਆ ਕਿ ਉਹਨੇ x2 ਜਿਹੜੀਆਂ ਹੈਗੀਆਂ ਨੇ ਉਹ ਸਵਿੰਗ ਮਸ਼ੀਨਸ ਪਰਚੇਜ਼ ਕਰਨੀਆਂ ਨੇ। ਤਾਂ ਉਹਦਾ ਆਬਜੈਕਟਿਵ ਫੰਕਸ਼ਨ ਕਿੰਨਾ ਹੋ ਗਿਆ, ਜਦੋਂ ਇੱਕ ਫੈਨ ਦੇ ਉੱਪਰ ਉਹਨੂੰ ₹25 ਦਾ ਪ੍ਰੋਫਿਟ ਹੋ ਰਿਹਾ ਹੈ ਨਾ, ਤਾਂ ਟੋਟਲ ਪ੍ਰੋਫਿਟ ਔਨ ਫੈਨ ਕਿੰਨਾ ਹੋ ਜਾਊਗਾ 25x1। तो स्विंग मशीन के उपर प्रॉफिट कितना हो रहा है ₹16 का, तो टोटल प्रॉफिट ऑन स्विंग मशीन्स कितना हो जाएगा 16x2। अपने हुण इस फंक्शन को मैक्सीमाइज करना है। कंस्ट्रेंट्स किन्नियां ने उन्होंने कहा सीगा कि जिहड़ी उहदे कोल टोटल कैपेसिटी है वो रखन दी है 20 आइटम्स। मीनस x1 + x2 इज़ लेस दैन इक्वल टू 20 तो ज़्यादा वो नहीं रख सकता हैगा।
ਤਾਂ ਇੱਕ ਫੈਨ ਦੀ ਕੋਸਟ ਕਿੰਨੀ ਹੈ 360, x1 ਫੈਨ ਦੀ ਕੋਸਟ ਕਿੰਨੀ ਹੋਗੀ 360 ਇੰਟੂ x1 ਪਲੱਸ 240 x2 ਲੈਸ ਦੈਨ ਇਕੁਅਲ ਟੂ ਟੋਟਲ ਇਨਵੈਸਟਮੈਂਟ ਕਿੰਨੀ ਸੀ 5760। ਅੱਛਾ ਇਹ ਵੀ ਹੈਗਾ ਕਿ x1 ਗ੍ਰੇਟਰ ਦੈਨ 0 ਗ੍ਰੇਟਰ ਦੈਨ ਇਕੁਅਲ ਟੂ 0 ਐਂਡ x2 ਗ੍ਰੇਟਰ ਦੈਨ ਇਕੁਅਲ ਟੂ 0 ਮੀਨਸ ਕਿ ਜਿਹੜੇ ਉਹਨੇ ਫੈਨ ਤੇ ਸਵਿੰਗ ਮਸ਼ੀਨਸ ਖਰੀਦਣੀਆਂ ਨੇ ਉਹਨਾਂ ਦੀ ਜਿਹੜੀ ਕੁਆਂਟੀਟੀ ਆ ਉਹ ਓਬਵੀਅਸਲੀ ਹੈ ਕਿ ਪੋਜ਼ੀਟਿਵ ਹੀ ਹੋਊਗੀ। ਆਪਾਂ ਕਦੇ ਕਵਾਂਗੇ ਕਿ -2 ਫੈਨਸ ਖਰੀਦੇ ਆ ਜਾਂ -3 ਫੈਨਸ ਖਰੀਦੇ ਆ, ਆਪਾਂ ਕਵਾਂਗੇ ਕਿ 0 ਫੈਨ ਖਰੀਦੇ ਆ ਜਾਂ 2 ਫੈਨਸ ਖਰੀਦੇ ਆ ਜਾਂ 3 ਸਵਿੰਗ ਮਸ਼ੀਨਸ ਖਰੀਦੀਆਂ ਨੇ। ਓਕੇ, ਤਾਂ ਇਸ ਕਰਕੇ ਆਪਾਂ ਇੱਕ ਕੰਸਟ੍ਰੇਂਟ ਨੋਨ ਨੈਗੇਟਿਵਿਟੀ ਕੰਸਟ੍ਰੇਂਟਸ ਐਡ ਕਰਦੇ ਹੁੰਦੇ ਆ x1 ਐਂਡ x2 ਗ੍ਰੇਟਰ ਦੈਨ ਇਕੁਅਲਸ ਟੂ 0 ਦੇ। ਠੀਕ ਹੈ ਜੀ, ਤਾਂ ਇਹਨੂੰ ਤੁਸੀਂ ਫਾਈਨਲੀ ਲਿਖ ਸਕਦੇ ਹੋ ਮੈਕਸੀਮਾਈਜ਼ 25x1 plus 16x2 subject to the constraints x1 plus x2 less than equal to 20, 360x1 plus 240x2 less than equal to 5760। ਇਹਦੇ ਚੋਂ ਕਾਮਨ ਕੱਢ ਕੇ ਉਹਨਾਂ ਨੇ ਇਕੁਏਸ਼ਨ ਬਣਾਈ ਹੋਈ ਹੈ ਜਿਵੇਂ 3x1 plus 2x2 less than equal to 48 where x1 greater than equals to 0 and x2 greater than equals to 0। ਤਾਂ ਇਹ ਤਾਂ ਉਹ ਕੇਸ ਸੀਗਾ ਜਿਹਦੇ ਵਿੱਚ ਲੈਸ ਦੈਨ ਇਕੁਅਲ ਟੂ ਟਾਈਪ ਦੇ ਕੰਸਟ੍ਰੇਂਟਸ ਹੁੰਦੇ ਨੇ। ਠੀਕ ਹੈ, ਤਾਂ ਇਹਦੇ ਨਾਲ ਇੱਕ ਦੋ ਐਗਜ਼ਾਮਪਲਸ ਹੋਰ ਤੁਹਾਡੀ ਬੁੱਕ ਦੇ ਵਿੱਚ ਦਿੱਤੀਆਂ, ਇਹਨਾਂ ਨੂੰ ਪ੍ਰੈਕਟਿਸ ਕਰਕੇ ਦੇਖ ਲੈਣਾ, ਅਗਰ ਨਹੀਂ ਹੁੰਦੀਆਂ ਤਾਂ ਆਪਾਂ ਦੁਬਾਰਾ ਡਿਸਕਸ ਕਰ ਲਵਾਂਗੇ। ਓਕੇ।